ਧੰਨ ਵਾਹਿਗੁਰੂ ਜੀ। ਬਸੰਤ ਬਾਣੀ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਤੁਝੈ ਸੁਜੰਤਾ ਕਛੂ ਨਾਹਿ। ਪਹਿਰਾਵਾ ਦੇਖੇ ਊਬਜਾਹਿ। ਗਰਭਵਤੀ ਕਾ ਨਾਹੀ ਠਾਉ। ਤੇਰੀ ਗਰਦਨ ਉਪਰ ਲਵੈ ਕਾਉ। ਤੂੰ ਕਾਇ ਗਰਭਹਿ ਬਾਵਲੀ। ਜੈਸੇ ਭਾਦੋ ਖੂਬ ਰਾਜ। ਤੂੰ ਤਿਸ ਤੇ ਖਰੀ ਉਤਾਵਲੀ ਰਹਾਉ। ਜੈਸੇ ਕੁਰੰਕ ਨਹੀਂ ਪਾਇਓ ਭੇਦ। ਤਾਨ ਸੁਗੰਧ ਢੂੰਡੈ ਪ੍ਰਦੇਸ। ਆਪ ਤਨ ਕਾ ਜੋ ਕਰੇ ਵਿਚਾਰ। ਤੇਸ ਨਹੀਂ ਜਮ ਕੰਕਰ ਕਰੇ ਖੁਆਰ। ਪੁੱਤਰ ਕਲਤਰ ਕਾ ਕਰਹਿ ਅਹੰਕਾਰ। ਠਾਕੁਰ ਲੇਖਾ ਮੰਗਨਹਾਰ। ਫੇੜੇ ਕਾ ਦੁਖ ਸਹਿ ਜਿਉ। ਪਾਛੇ ਕਿਸਹਿ ਪੁਕਾਰੈ ਪੀਓ ਪੀਓ। ਸਾਧੂ ਕੀ ਜੋ ਲੇਹ ਓਟ। ਤੇਰੇ ਮਿਟਹਿ ਪਾਪ ਸਭ ਕੋਟ ਕੋਟ। ਕਹਿ ਰਵਿਦਾਸ ਜੋ ਜਪੈ ਨਾਮ। ਤਿਸ ਜਾਤ ਨਾ ਜਨਮੋ ਨਾ ਜੋਨ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਬੜੇ ਅਦਬ ਸਹਿਤ ਆਪ ਜੀ ਨੇ ਗੁਰੂ ਕੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਭਗਤ ਰਵਿਦਾਸ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਦਾਸ ਪਾਸੋਂ ਸੁਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1196 ਉੱਪਰ ਇਹ ਪਾਵਨ ਸ਼ਬਦ ਦਰਜ ਹੈ, ਸੁਭਾਇਮਾਨ ਹੈ। ਬਸੰਤ ਰਾਗ ਦੇ ਵਿੱਚ ਕੇਵਲ ਇੱਕੋ ਹੀ ਸ਼ਬਦ ਭਗਤ ਜੀ ਦਾ ਦਰਜ ਹੈ। ਸ਼ਬਦ ਦਾ ਸਿਰਲੇਖ ਹੈ ਬਸੰਤ ਬਾਣੀ ਰਵਿਦਾਸ ਜੀ ਕੀ। ਬਸੰਤ ਰਾਗ ਵਿੱਚ ਬਾਬਾ ਰਵਿਦਾਸ ਸਾਹਿਬ ਮਹਾਰਾਜ ਦੀ ਇੱਥੋਂ ਬਾਣੀ ਆਰੰਭ ਹੁੰਦੀ। ਇੱਕ ਸ਼ਬਦ ਦਰਜ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮੇਸ਼ਰ ਪ੍ਰਭੂ ਇੱਕ ਹੈ, ਇੱਕ ਰਸ ਸਾਰੀ ਕਾਇਨਾਤ ਵਿੱਚ ਸਰਵ ਵਿਆਪੀ ਹੈ।
ਸਦੀਵ ਕਾਲ ਸਤ ਹੋਂਦ ਵਾਲਾ ਹੈ, ਗੁਰੂ ਦੇ ਬਖਸ਼ੇ ਅਨੁਭਵ ਸੋਝੀ। ਚੇਤਨਾ ਦੇ ਰਾਹੀਂ ਉਸ ਦਾ ਅਹਿਸਾਸ ਮਨੁੱਖ ਨੂੰ ਹੁੰਦਾ ਹੈ। ਹਰ ਇੱਕ ਸ਼ਬਦ ਦਾ ਇੱਕ ਆਪਣਾ ਕੰਟੈਕਸਟ ਹੁੰਦਾ ਹੈ, ਇੱਕ ਪ੍ਰਕਰਨ ਹੁੰਦਾ ਹੈ। ਕਿਸੇ ਨਾ ਕਿਸੇ ਪ੍ਰਕਰਨ ਦੇ ਉੱਤੇ, ਸੰਦਰਭ ਦੇ ਉੱਤੇ ਕੋਈ ਨਾ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਚਾਰਿਆ ਗਿਆ। ਕਿਸੇ ਸ਼ਬਦ ਵਿੱਚ ਬਹੁਤ ਸਾਰੇ ਵਿਸ਼ਿਆਂ ਨੂੰ ਛੋਹਿਆ ਜਾਂਦਾ ਹੈ, ਕਿਸੇ ਸ਼ਬਦ ਵਿੱਚ ਇੱਕ ਦੋ ਵਿਸ਼ਿਆਂ ਨੂੰ ਲਿਆ ਜਾਂਦਾ ਹੈ। ਇਹ ਹਰ ਇੱਕ ਸ਼ਬਦ ਨੂੰ ਉਹਦੇ ਮੁਤਾਬਕ ਸਾਨੂੰ ਸਮਝਣਾ ਪੈਂਦਾ ਹੈ। ਮਨੁੱਖ ਆਪਣੇ ਜੀਵਨ ਮਾਰਗ ਵਿੱਚ ਜਦੋਂ ਤੁਰਦਾ ਹੈ, ਇੱਕ ਨੈਚੁਰਲ, ਇੱਕ ਕੁਦਰਤੀ ਵਰਤਾਰਾ ਹੈ ਹਉਂ ਦਾ ਸ਼ਿਕਾਰ ਹੋਣਾ। ਹਉਂ ਬੇਸਿਕ ਤੌਰ ਦੇ ਉੱਤੇ, ਜਿਸ ਨੂੰ ਆਪਾਂ ਹਉਮੈ ਆਖਦੇ ਹਾਂ, ਈਗੋ ਆਖਦੇ ਹਾਂ, ਇਸ ਨੂੰ ਗੁਰਬਾਣੀ 'ਚ ਬੜੇ ਸ਼ਬਦਾਂ ਨਾਲ ਬਿਆਨ ਕੀਤਾ ਹੈ। ਕਿਤੇ ਅਹੰਕਾਰ ਕਿਹਾ ਹੈ, ਕਿਤੇ ਹੰਕਾਰ ਕਿਹਾ ਹੈ, ਕਿਤੇ ਹਉਂ ਕਿਹਾ ਹੈ, ਕਿਤੇ ਹਉਮੈ ਕਿਹਾ ਹੈ, ਕਿਤੇ ਮੈਂ ਮੇਰੀ ਦਾ ਗਰੂਰ ਕਿਹਾ। ਇਤਿਆਦਿਕ ਸ਼ਬਦ ਜਿਹੜੇ ਨੇ ਵੱਖਰੇ ਵੱਖਰੇ ਵਰਤੇ ਨੇ। ਜੇ ਮਨੁੱਖੀ ਜੀਵਨ ਵਿੱਚ ਹਉਮੈ ਦਾ ਭਾਵ ਨਾ ਹੋਵੇ ਤਾਂ ਮਨੁੱਖ ਨੂੰ ਆਪਣੇ ਮਨੁੱਖ ਹੋਣ ਉੱਤੇ ਮਾਣ ਹੀ ਨਾ ਹੋਵੇ। ਇਸ ਨੂੰ ਇਹ ਗੱਲ ਪਤਾ ਹੀ ਨਾ ਚੱਲੇ ਵੀ ਮੇਰਾ ਤੇ ਪਸ਼ੂਆਂ ਦਾ ਜਾਂ ਦੂਜਿਆਂ ਦਾ ਕੀ ਫਰਕ ਹੈ। ਕੀੜਿਆਂ ਮਕੌੜਿਆਂ ਵੱਤ ਹੋ ਜਾਏ ਜੇ ਇਸ ਦੇ ਅੰਦਰ ਹਉਂ ਦਾ ਭਾਵ ਕੁਦਰਤ ਨੇ ਨਾ ਟਿਕਾਇਆ ਹੋਵੇ। ਮੈਂ ਮਨੁੱਖ ਹਾਂ, ਮੈਂ ਕੁਝ ਹਾਂ, ਇਹ ਭਾਵ ਕਿੱਥੋਂ ਪੈਦਾ ਹੁੰਦਾ ਹੈ? ਹਉਮੈ ਵਿੱਚੋਂ। ਸਾਨੂੰ ਮਨੁੱਖਾਂ ਨੂੰ ਆਪਣੀ ਇੱਕ ਆਈਡੈਂਟੀਟੀ, ਇੱਕ ਪਛਾਣ ਕੁਦਰਤ ਵਿੱਚ ਬਾਕੀ ਜੀਵਾਂ ਨਾਲੋਂ ਮਿਲੀ ਹੋਈ ਹੈ। ਜਿਵੇਂ ਹਰ ਇੱਕ ਨੂੰ ਵੱਖਰੀ ਵੱਖਰੀ ਮਿਲੀ ਹੈ, ਸਾਨੂੰ ਵੀ ਮਿਲੀ ਹੈ। ਉਸ ਪਛਾਣ ਦਾ ਅਹਿਸਾਸ ਜਿਹੜਾ ਸਾਨੂੰ ਹੁੰਦਾ ਹੈ, ਉਹ ਹਉਮੈ ਦੇ ਭਾਵ ਵਿੱਚੋਂ ਹੀ ਹੁੰਦਾ ਹੈ। ਇਸ ਲਈ ਸਾਹਿਬ ਨੇ ਬਾਣੀ 'ਚ ਕਿਹਾ, ਜਿਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹਉਮੈ ਪਾਈ। ਜਿਸ ਵਿਧਾਤਾ ਨੇ ਸਾਡੀ ਰਚਨਾ, ਰਚਨਹਾਰ ਪਰਮੇਸ਼ਰ ਨੇ ਸਾਡੀ ਰਚਨਾ ਕੀਤੀ ਹੈ, ਉਹਨੇ ਇਕੱਲਾ ਸਰੀਰ ਹੀ ਨਹੀਂ ਬਣਾਇਆ, ਸਰੀਰ ਅੰਦਰ ਉਹਨੇ ਜਜ਼ਬਾਤ, ਭਾਵਨਾਵਾਂ, ਸੰਕਲਪ, ਵਿਕਲਪ, ਫੁਰਨੇ, ਭਾਵ ਸਭ ਕੁਝ ਸਾਡੇ ਅੰਦਰ ਮਨ ਅਤੇ ਸੁਰਤ ਰਾਹੀਂ ਟਿਕਾ ਦਿੱਤਾ। ਚੇਤੇ ਵਿੱਚ ਰੱਖੀਏ, ਜੀਵਨ ਦਾ ਅਰਥ ਹੀ ਇਕੱਲਾ ਸਰੀਰ ਨਹੀਂ ਹੈ। ਸਰੀਰ ਦੇ ਰਾਹੀਂ ਜਿਹੜੀ ਚੀਜ਼ ਕਿਰਿਆਸ਼ੀਲ ਹੈ, ਜਾਂ ਸਰੀਰ ਵਿੱਚ ਜਿਹੜੀ ਚੀਜ਼ ਕਿਰਿਆਸ਼ੀਲ, ਉਹ ਰਲਾ ਕੇ ਹੀ ਸਾਰਾ ਕੁਝ ਜੀਵਨ ਹੈ। ਇਸ ਲਈ ਅਸੀਂ ਕੇਵਲ ਜੀਵਨ ਦੇ ਇੱਕ ਪੱਖ ਵੱਲ ਹੀ ਬਹੁਤਾ ਧਿਆਨ ਦਿੰਦੇ ਹਾਂ, ਸਰੀਰ ਵੱਲ। ਸਰੀਰ ਨੂੰ ਪਹਿਨਾਓ, ਸਰੀਰ ਨੂੰ ਖਵਾਓ, ਸਰੀਰ ਨੂੰ ਸਹੂਲਤਾਂ ਦਿਓ, ਠੀਕ ਹੈ। ਸਰੀਰ ਦੀਆਂ ਆਪਣੀਆਂ ਜ਼ਰੂਰਤਾਂ ਨੇ, ਲੋੜਾਂ ਨੇ, ਪੂਰੀਆਂ ਹੋਣੀਆਂ ਚਾਹੀਦੀਆਂ ਨੇ ਔਰ ਕਰਨੀਆਂ ਵੀ ਨੇ ਮਨੁੱਖ ਨੇ। ਪਰ ਜੀਵਨ ਦੇ ਦੂਜੇ ਪਹਿਲੂ ਅਸੀਂ ਭੁੱਲ ਜਾਂਦੇ ਹਾਂ। ਮਨ ਜੀਵਨ ਦਾ ਇੱਕ ਅਟੁੱਟ ਤੇ ਬੇਸਿਕ ਪਹਿਲੂ ਹੈ, ਸੁਰਤ ਹੈ, ਸਾਡੇ ਅੰਦਰ ਕੁਝ ਚੱਲਦਾ ਹੈ। ਇਸ ਸਰੀਰ ਰਾਹੀਂ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਕਿਰਿਆਸ਼ੀਲ ਹੈ, ਕੰਮ ਕਰਦੀ ਹੈ। ਉਹਦੀ ਵੀ ਸਾਨੂੰ ਮਨ ਦੇ ਵੱਲ, ਸੁਰਤ ਵੱਲ ਵੀ ਧਿਆਨ ਦੇਣ ਦੀ ਇੱਕ ਜ਼ਰੂਰਤ ਪੈਂਦੀ ਹੈ। ਅਸੀਂ ਸਰੀਰ ਦੇ ਰੋਗਾਂ ਤੋਂ ਤਾਂ ਜਾਣੂ ਹੋ ਜਾਂਦੇ ਹਾਂ, ਪਰ ਮਨ ਦੇ ਰੋਗਾਂ ਤੋਂ ਜਾਣੂ ਨਹੀਂ ਹੁੰਦੇ। ਅਸੀਂ ਸਰੀਰ ਦੀ ਖੁਰਾਕ ਦਾ ਤਾਂ ਧਿਆਨ ਰੱਖਦੇ ਹਾਂ, ਪਰ ਮਨ ਦੀ ਖੁਰਾਕ ਵੱਲੋਂ ਅਵੇਸਲੇ ਰਹਿ ਜਾਂਦੇ ਹਾਂ। ਉੱਥੇ ਜੋ ਵੀ ਕੂੜਾ ਕਰਕਟ ਸਾਨੂੰ ਮਿਲਦਾ ਉਹਨੂੰ ਅਸੀਂ ਗ੍ਰਹਿਣ ਕਰ ਲੈਂਦੇ ਹਾਂ, ਖਾ ਲੈਂਦੇ ਹਾਂ, ਵੇਖ ਲੈਂਦੇ ਹਾਂ, ਅਪਣਾ ਲੈਂਦੇ ਹਾਂ, ਬਿਨਾਂ ਸੋਚੇ ਸਮਝੇ। ਸਾਡੀ ਖੁਰਾਕ ਵਿੱਚ ਜੇ ਮਾੜਾ ਮੋਟਾ ਵੀ ਮਿਲਾਵਟ ਹੋਵੇ ਤੇ ਅਸੀਂ ਹਾਲ ਪਾਰਿਆ ਕਰਦੇ ਹਾਂ ਵੀ ਅਸੀਂ ਇਹਦੇ ਨਾਲ ਬਿਮਾਰ ਹੋਵਾਂਗੇ, ਠੀਕ ਨਹੀਂ, ਸਾਨੂੰ ਕੋਈ ਇਸ ਤਰ੍ਹਾਂ ਦੀ ਖੁਰਾਕ ਕਿਵੇਂ ਦੇ ਸਕਦਾ। ਪਰ ਨਹੀਂ, ਮਨ ਕਰਕੇ ਤਾਂ ਅਸੀਂ ਦੁਨੀਆ ਜਹਾਨ ਦਾ ਕੂੜਾ ਤੇ ਗੰਦ ਵੀ ਇਕੱਠਾ ਕਰ ਲੈਂਦੇ ਹਾਂ, ਕਿਉਂਕਿ ਉਹ ਸਾਨੂੰ ਵਿਖਾਈ ਨਹੀਂ ਦਿੰਦਾ। ਔਰ ਸਾਰੇ ਰੋਗ, ਸਾਰੀਆਂ ਬਿਮਾਰੀਆਂ, ਅਲਾਮਤਾਂ, ਭੈੜ, ਵਾਦੀਆਂ, ਉਹ ਸਾਨੂੰ ਉੱਥੋਂ ਹੀ ਪੈਦਾ ਹੁੰਦੀਆਂ। ਤੋ ਜੀਵਨ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਸਾਡੇ ਅੰਦਰ ਕੁਝ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਇੱਕ ਵੱਖਰੀ ਹੋਂ ਵੀ ਮੇਰੇ ਕੋਲ ਦੌਲਤ ਹੈ, ਮੈਂ ਇਸ ਕਰਕੇ ਵੱਡਾ ਹੋ ਗਿਆ।
ਫਿਰ ਉਸ ਹਉਂ ਦਾ ਅਸੀਂ ਨਾ, ਜਿਹਨੂੰ ਅਸੀਂ ਪੰਜਾਬੀ 'ਚ ਜੇ ਇੱਕ ਸ਼ਬਦ ਅਸੀਂ ਵਰਤਦੇ ਹਾਂ ਵੀ ਜਿਹੜਾ ਮਨੁੱਖ ਬਿਨਾਂ ਕਾਰਨ ਹੀ ਆਪਣਾ ਆਪ ਵਿਖਾਉਂਦਾ ਰਹੇ ਤੇ ਉਹਦਾ ਵਿਖਾਵਾ ਦੂਜਿਆਂ ਲਈ ਪਰੇਸ਼ਾਨੀ ਦਾ ਸਬਬ ਬਣਦਾ ਰਹੇ, ਉਹਨੂੰ ਅਸੀਂ ਕਹਿੰਦੇ ਹਾਂ ਮਨੁੱਖ ਫੁਕਰਾ ਹੈ, ਵਿਖਾਵੇਬਾਜ਼ ਹੈ, ਦੰਭੀ ਹੈ, ਪਖੰਡੀ ਹੈ। ਪਰ ਉਹ ਤਾਂ ਇੱਕ ਅੱਧਾ ਐਕਸ਼ਨ ਹੈ ਜਿਹੜਾ ਸਾਨੂੰ ਕਿਸੇ ਦਾ ਦੀਦਾ ਤੇ ਅਸੀਂ ਉਹਨੂੰ ਵੇਖ ਕੇ ਕਹਿ ਦਿੰਦੇ ਫੁਕਰਾ ਹੈ, ਦੰਭੀ ਹੈ, ਵਿਖਾਵੇਬਾਜ਼ ਹੈ। ਵੇਖੋ ਕਿੰਨਾ ਆਪਣੇ ਆਪ ਨੂੰ, ਜਾਂ ਆਪਾਂ ਕਹਿ ਦਿੰਦੇ ਓਵਰ ਸਮਾਰਟ ਬਣਦਾ ਹੈ। ਪਰ ਸੱਚਾਈ ਹੈ ਵੀ ਅਸੀਂ ਇਹਨਾਂ ਔਗਣਾਂ ਦੇ ਸਾਰੇ ਹੀ ਜੀਵਨ ਕਰਮ ਦੇ ਵਿੱਚ ਸ਼ਿਕਾਰ ਹਾਂ ਕਿਤੇ ਨਾ ਕਿਤੇ। ਚੰਗਾ ਪਹਿਰਾਵਾ ਪਹਿਨਿਆ ਤੇ ਉਹਦਾ ਗਰੂਰ ਪਾੜ ਲਿਆ, ਚੰਗਾ ਖਾਣਾ ਖਾ ਲਿਆ ਉਹਦਾ ਗਰੂਰ ਪਾੜ ਲਿਆ, ਚੰਗਾ ਘਰ ਮਿਲ ਗਿਆ ਉਹਦਾ ਗਰੂਰ ਪਾੜ ਲਿਆ। ਉਹਦੇ ਪਿੱਛੇ ਵੀ ਸਾਡੀਆਂ ਜਿਹੜੀਆਂ ਭਾਵਨਾਵਾਂ, ਜੋ ਸਾਡੇ ਅੰਦਰ ਖਿਆਲ ਦੌਰ ਚੱਲਦਾ, ਇੱਕ ਦੌੜ ਚੱਲਦੀ ਹੈ ਖਿਆਲਾਂ ਦੀ, ਉਹਦੇ ਵਿੱਚ ਵੀ ਤੇ ਵਿਖਾਵੇਬਾਜ਼ੀ ਦਾ ਕਿੰਨਾ ਗਹਿਰਾ ਅਸਰ ਹੁੰਦਾ ਹੈ, ਭਾਵ ਹੁੰਦਾ ਹੈ। ਕੁਝ ਇਸੇ ਭਾਵ ਨੂੰ ਇਸ ਸ਼ਬਦ ਵਿੱਚ ਬਿਆਨ ਕੀਤਾ ਹੈ। ਰਹਾਉ ਦੇ ਬੰਦ ਵਿੱਚ ਫਰਮਾਉਂਦੇ ਹਨ, ਤੂੰ ਕਾਏ ਗਰਬੈ ਬਾਵਲੀ, ਹੇ ਮੇਰੀ ਕਮਲੀ ਭੁੱਲੜ ਜਿੰਦੇ, ਤੂੰ ਕਿਉਂ ਹੰਕਾਰ ਕਰਦੀ ਹੈ, ਤੂੰ ਕਿਉਂ ਹੰਕਾਰ ਕਰਦੀ ਹੈ। ਬਾਬਾ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਇਸ ਮੁਤਲਕ, ਇਸ ਸੰਦਰਭ ਵਿੱਚ ਉਹ ਫਰਮਾਉਂਦੇ ਨੇ, ਕਹਾ ਨਰ ਗਰਬਸ ਥੋਰੀ ਬਾਤ। ਉਹ ਸਾਡੇ ਕੋਲ ਮੰਨ ਲਓ ਅਸੀਂ ਜ਼ਿੰਦਗੀ 'ਚ ਸੈਂਕੜੇ ਹੀ ਵੇਖੀ ਹੋਣ ਤੇ ਜੇ ਲੱਖਾਂ ਮਿਲ ਜਾਏ ਤਾਂ ਥੋੜ੍ਹੀ ਗੱਲ ਸਾਡੇ ਲਈ ਥੋੜ੍ਹਾ ਰਹਿ ਜਾਂਦੀ ਹੈ। ਅਸੀਂ ਇਹਨੇ ਬੜੀ ਵੱਡੀ ਗੱਲ ਹੈ, ਮਾੜੀ ਮੋਟੀ ਗੱਲ ਥੋੜ੍ਹਾ। ਮੰਨ ਲਓ ਸਾਨੂੰ ਕਿਸੇ ਮੁਲਕ ਦੀ ਬਹੁਤ ਉੱਚੀ ਪਦਵੀ ਮਿਲ ਜਾਏ, ਸਾਡੇ ਲਈ ਥੋੜ੍ਹੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਸਾਡੀ ਔਕਾਤ ਤੋਂ ਬੜੀ ਵੱਡੀ ਗੱਲ। ਅਸੀਂ ਉਹਨੂੰ ਜਦੋਂ ਮੰਨ ਲਿਆ ਨਾ ਵੀ ਦੁਨੀਆ ਦੀ ਬਿਹਤਰੀਨ ਸਭ ਤੋਂ ਵੱਡੀ ਗੱਲ ਹੀ ਇਹ ਹੈ ਵੀ ਮੇਰੇ ਕੋਲ ਆਹ ਚੀਜ਼ ਹੈ, ਉਹ ਹੀ ਨਹੀਂ ਸਾਨੂੰ ਟਿਕਣ ਦਿੰਦੀ ਵੀ ਵੱਡੀ ਗੱਲ ਹੈ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਥੋੜ੍ਹੀ ਜਿਹੀ ਗੱਲ ਹੈ। ਕੀ ਥੋੜ੍ਹੀ ਜਿਹੀ ਗੱਲ ਦੇ ਉੱਤੇ ਐਵੇਂ ਹੰਕਾਰਿਆ ਫਿਰਦਾ। ਕਹਾ ਨਰ ਗਰਬਸ ਥੋਰੀ ਬਾਤ, ਮਨ ਦਸ ਨਾਜ। ਕੀ ਹੋਇਆ, ਤੇਰੇ ਭੰਡਾਰੇ ਭਰੇ ਪਏ ਨੇ, ਅਨਾਜ ਤੇਰੇ ਪੱਲੇ ਹੈ, ਟਕਾ 4 ਗਾਂਠੀ, 4 ਟਕੇ ਤੇਰੇ ਪੱਲੇ ਵੱਜੇ ਨੇ, ਗੰਢ ਵੱਜੇ ਨੇ। ਅੱਜ ਦੇ ਯੁੱਗ ਵਿੱਚ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਤੇਰੇ ਕੋਲ ਬਹੁਤ ਵੱਡੇ ਅੰਨ ਦੇ ਭੰਡਾਰ ਹੋਣ, ਸਟੋਰੇਜ ਹੋਵੇ, ਵੱਡੇ ਵੱਡੇ ਬੈਂਕ ਬੈਲੈਂਸ ਹੋਣ। ਫਿਰ ਕੀ ਹੋ ਗਿਆ, ਕਿਹੜੇ ਪਹਿਲਾਂ ਕਿਸੇ ਕੋਲ ਹੈ ਨਹੀਂ ਸਨ ਤੇ ਆਉਣ ਵਾਲੇ ਸਮੇਂ 'ਚ ਹੋਣੇ ਨਹੀਂ। ਕਿਹੜੀ ਜੱਗੋਂ ਤੇਰਵੀਂ ਹੈ ਜਿਹੜੀ ਤੇਰੇ ਕੋਲ ਹੈ, ਬਾਕੀ ਸੰਸਾਰ ਕੋਲ ਹੈ ਨਹੀਂ, ਜਾਂ ਪਹਿਲੋਂ ਨਹੀਂ ਹੋਈ ਜਾਂ ਆਉਣ ਵਾਲੇ ਵਕਤ 'ਚ ਨਹੀਂ ਹੋਏਗੀ। ਐਡੋ ਟੇਢੋ ਜਾਤ, ਬੜਾ ਟੇਢਾ ਹੋ ਕੇ ਤੁਰਦਾ, ਭਾਵ ਤੇਰਾ ਵਿਹਾਰ ਬਦਲ ਗਿਆ। ਚੀਜ਼ ਆਈ ਤੇ ਤੇਰੇ ਵਿਹਾਰ ਵਿੱਚ ਫਰਕ ਪੈ ਗਿਆ, ਬੋਲ ਚਾਲ 'ਚ ਫਰਕ ਪੈ ਗਿਆ, ਵਿਹਾਰ 'ਚ ਪੈ ਗਿਆ, ਤੇਰੇ ਹਰ ਇੱਕ ਐਕਸ਼ਨ ਵਿੱਚ, ਤੇਰੇ ਹਰ ਇੱਕ ਕਰਮ ਵਿੱਚੋਂ ਝਲਕ ਪੈਂਦੀ ਹੈ ਵੀ ਤੂੰ ਇਹਨਾਂ ਚੀਜ਼ਾਂ ਨੂੰ ਕੁਝ ਸਮਝੀ, ਤੇ ਇਹਨਾਂ ਚੀਜ਼ਾਂ ਦੇ ਬੇਸ ਤੇ ਤੂੰ ਆਪਣੇ ਆਪ ਨੂੰ ਸਮਝਦਾ ਵੀ ਮੈਂ ਕੁਝ ਹਾਂ। ਬਹੁਤ ਪ੍ਰਤਾਪ ਗਾਉਂ ਸਿਉ ਪਾਏ। ਪ੍ਰਤਾਪ ਦਾ ਮਤਲਬ ਹੁੰਦਾ ਹੈ ਨਾਮਣਾ, ਪ੍ਰਭਤਾ, ਵਡਿਆਈ। 2 ਲੱਖ ਟਕਾ ਬਰਾਤ, ਮੰਨ ਲੈ ਤੂੰ ਕਿਸੇ ਇਲਾਕੇ ਦਾ ਬਹੁਤ ਸਿਰ ਕਰਦਾ ਬੰਦਾ ਬਣ ਜਾਏ, ਉਹ ਇਲਾਕੇ ਦੇ ਲੋਕ ਤੈਨੂੰ ਟੈਕਸ ਭਰਨ ਲੱਗ ਪਏ। ਪੁਰਾਣੇ ਸਮੇਂ 'ਚ ਬਾਦਸ਼ਾਹ, ਜਿਵੇਂ ਅੱਜ ਸਰਕਾਰ ਨੂੰ ਆਪਾਂ ਟੈਕਸ ਦਿੰਦੇ ਹਾਂ, ਪੁਰਾਣੇ ਸਮੇਂ 'ਚ ਉਹਨੂੰ ਹਾਲਾ ਕਹਿੰਦੇ ਸਨ, ਪੁਰਾਣੇ ਸਮੇਂ 'ਚ ਵੀ ਉਹਨੂੰ ਚੁੰਗੀ ਵੀ ਕਹਿੰਦੇ ਸਨ। ਵੀ ਲੋਕ ਫਿਰ ਆਪਣੀ ਵਿੱਤ ਮੁਤਾਬਕ ਉਹਨੂੰ, ਜਿਹਦਾ ਰਾਜ ਹੋਵੇ ਟੈਕਸ ਉਹਨੂੰ ਦਿੱਤਾ ਜਾਂਦਾ। ਹੁਣ ਐਵੇਂ ਜਣਾ ਖਣਾ ਕੋਈ ਉੱਠ ਕੇ ਆ ਕੇ ਮੈਨੂੰ ਟੈਕਸ ਦਿਓ, ਦਿੰਦਾ ਕੋਈ? ਜਿਹਦਾ ਰਾਜ ਚੱਲਦਾ ਨਾ, ਟੈਕਸ ਉਹਨੂੰ ਭਰਦੇ ਨੇ ਲੋਕ, ਸਦੀਆਂ ਤੋਂ ਭਰਦੇ ਆਏ ਨੇ, ਭਰਦੇ ਨੇ। ਸਰਕਾਰਾਂ ਉਸ ਟੈਕਸ ਨਾਲ ਚੱਲਦੀਆਂ। ਕਹਿੰਦੇ ਨੇ ਜੇ ਤੇਰਾ ਕਿਸੇ 4 ਪਿੰਡਾਂ ਤੇ ਰਾਜ ਹੋਵੇ, ਉਹ ਲੋਕ ਤੈਨੂੰ 2-4 ਲੱਖ ਟੈਕਸ ਭਰਦੇ ਹੋਣ। ਉਹਨਾਂ ਸਮਿਆਂ ਦਾ ਜ਼ਿਕਰ ਕਰ ਰਹੇ ਨੇ, ਬਹੁਤ ਵੱਡੀ ਗੱਲ ਸੀ। 2 ਲੱਖ ਟਕਾ ਬਰਾਤ, ਦਿਵਸ 4 ਕੀ ਕਰੋ ਸਾਹਿਬੀ। ਜ਼ਿੰਦਗੀ ਦੇ ਜਿਹੜੇ 4 ਦਿਨ ਨੇ ਤੂੰ ਸਾਹਿਬੀ, ਮਾਲਕੀ ਕਰੇ ਕਿਸੇ ਥਾਂ ਦੀ, ਤੂੰ ਮਾਲਕ ਬਣ ਜਾਏ ਕਿਸੇ ਜਗ੍ਹਾ ਦਾ।
पर बाबा जी आखदे बड़ी थोड़ी गल है। क्यों थोड़ी गल है? इन्ना कुछ बंदे कोल होवे थोड़ी गल है। कहते ने जैसे बन हर पात। मैं थोड़ी इस करके कहना भी ये हालात, ये चीज़ां ये सदा कायम नहीं रहिंदियां। बंदा तो एवें गुरूर नाल भर जाता है, एवें हंकार च आ जाता है। भला रुख नाल जुड़े हुए हरे पत्ते की हरियाली किन्ना चिर रहिंदी है। जैसे बन हर पात। ना कूल है आयो ये धन, ना कूल है जात। ना कोई लैके आया ना लैके जाएगा। इत्थों की चीज़ है, किसी को मिली, किसी को घट, किसी को वध, किसी को नहीं। रावण होते अदक छत्रपद खिनमै गए बिलात। रावण तो भी वधेरे अमीर लोग। रावण का ना भारती कल्चर विच जिक्र है, क्योंकि जो ग्रंथां विच लिखिਆ महाराज ने उसकी उदाहरण दी। भारती जनता के मन मस्तक विच अज भी उन्हां ग्रंथां दीयां लिखतां दे शब्द दे भाव ये प्रचार उकरिया होया भी उहदी सोने की लंका सी, बड़ा अमीर सी, निडर सी, 4 वेदां दा ज्ञाता सी। जिन्होंने 4 वेद याद ने उन्होंने भारत विच मन्निया जाता, भारती कल्चर विच भी 4 वेदां दा ज्ञाता होना बहुत वड्डा ज्ञानी होने का सबूत है। कोई अनपढ़ गवार बंदा नहीं हो भी वह धर्म बारे नहीं जानता। 4 वेद जिन्होंने याद ने, कंठागर ने। फिर उन्हें अपने पावे नाल काल बने। यदा भाव सी भी निडार, मौत का भय उन्होंने है नहीं, यानी कि बेहिसाबी ताकत का मालक, दौलत का मालक, शौहरत का मालक, ज्ञान का मालक। ये बिंब है वह। जो रामायण करतावां ने, जो रामायण के भाष लिखण वालियां ने वह बिंब उसारे, वो आ बिंब है। महाराज ने उस बिंब नूं बाणी दे विच वरतिया। साडा एक कंसर्न नहीं, गुरमत इस फैसले विच नहीं पैंदी भी इन्हां चों कौन सच्चा कौन झूठा। गुरमत ने तो उस बिंब नूं वरतिया भी आ उहदी तस्वीर दसी गई है, तो आ उहदी तस्वीर है। फिर भी जदों हजूर कहते ने लंका गढ़ सोने का भया, मूर्ख रावण क्या ले गया। जां फिर इत्थे ये महाराज कह रहे ने रावण हूँ ते अदक छत्रपद खिनमै गए। उहदे तो भी तकड़े, कला रावण ही, उहदे तो भी तकड़े तकड़े खिनमै। उन्होंने मिटदियां पल नहीं लगा। जदों असी वड्डे वड्डे साम्राज पढ़ते हैं, लोधी खानदान, सूरी खानदान, गुलाम वंश, मुगलिया सल्तनत, मंगोल सल्तनत, आटोमान जिसनों उस्मानिया सल्तनत कहते हैं, रोमन लोगों की रोम सल्तनत। किन्ना कुछ इस धरती ते पैदा होया तो किन्ना कुछ मिट गया। वो सल्तनत जिन्हां ने कई कई पीढ़ियां राज कीते ने, अद्धी दुनिया ते काबज हो गए। वो सब किधर गए? उन्हां दा जबा, उन्हां दा प्रभाव, वो बंदे, उन्हां दा गुरूर, उन्हां दियां शौहरतां कित्थे ने? वो समय ने सब कुछ अपने गर्भ विच ले लिया, समोह लिया। समय के गेड़ विच आ गया सारा कुछ। समय ने हर चीज़ नूं मात दे दी। काल ने चब लिया सारा कुछ। इसलिए आखदे ने रावण हूँ ते अदक छत्रपद खिनमै गए बिलात। तो इसनूं भगत रविदास साहब महाराज कहते ने जैसे भादों खूंब राज। जिवें भादरों के महीने विच खुंबां पैदा होंदियां ना, अपने इलाके खुंबां उगदियां सन, गोल जिहियां उतों चिट्टे जे सिर वालियां वड्डियां सारियां। तो वह खुंबां की उम्र बड़ी घट होंदी, बड़ा वक्त बड़ा घट होंदा। आपां कई बार वेख्या सिल जिहियां थावां दे उत्ते सावण का महीना जिहड़ा है वह वरखा रुत का महीना। गुरु ग्रंथ साहब की बाणी मुतलक साउण ते भादों वरखा रुत के महीने ने। झड़ियां लगदियां सन ते आप मुहारे ही जमीन दे विचों निक्के निक्के नदीन ते कई चीज़ां उग पैंदियां सन। एक तां आम खुंबां हुंदियां ने जिन्हां दी आपां तरकारी सब्जी बनाउने। एक होर बड़ियां मुलायम जिहियां खुंबां उगदियां सन, खास तौर के उत्ते सिल वाली रूड़ियां आदक, मिट्टी के ढेरां आदक के उत्ते उन्हां नूं माड़ा हथ लाओ तो उत्थे ही भुर जांदियां सन। उन्होंने भी आपां खुंबां कहिंदे सन।
ਉਹਨਾਂ ਦੇ ਹੋਰ ਵੀ ਇਲਾਕਿਆਂ ਮੁਤਾਬਕ ਕਈ ਨਾਂ ਰੱਖੇ ਹੁੰਦੇ ਸਨ ਲੋਕਾਂ ਨੇ। ਉਹਨੂੰ ਤੁਸੀਂ ਹੱਥ 'ਚ ਫੜੋ ਤੇ ਉੱਥੇ ਹੀ ਜਿਵੇਂ ਹੱਥ ਨੂੰ ਮਲ ਕੇ ਉੱਥੇ ਹੀ ਖਤਮ ਹੋ ਜਾਂਦੀ ਸੀ। ਜ਼ਰਾ ਜਿੰਨੀ ਵੀ ਉਹਦੇ 'ਚ ਜਾਨ ਨਹੀਂ ਸੀ ਹੁੰਦੀ, ਔਰ ਉਹ ਹੁੰਦੀ ਉਹਦੀ ਉਮਰ ਜਿਹੜੀ ਸੀ ਉਹ 2-4 ਦਿਨ, ਜਦੋਂ ਧੁੱਪ ਪਈ ਤੇ ਉਹਨੇ ਉੱਥੇ ਹੀ ਸੜ ਕੇ ਸੁਆਹ ਹੋ ਜਾਣਾ, ਖਤਮ ਹੋ ਜਾਣਾ, ਉਹਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਪਤਾ ਲੱਗਦਾ। ਪਰ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਤੂੰ ਤਿਸ ਤੇ ਖਰੀ ਉਤਾਵਲੇ, ਉਹਦੀ ਵੀ ਕੁਝ ਵਕਤ ਹੈ ਵੀ ਜ਼ਿਆਦਾ ਧੁੱਪ ਪਈ ਤੇ ਇਹਨੇ ਖਤਮ ਹੋ ਜਾਣਾ ਹੈ, ਉਹਦੇ ਵੀ ਕੋਈ ਕਾਰਨ ਨੇ ਉਹਦੇ ਖਤਮ ਹੋਣ ਦੇ, ਉਹਦਾ ਕੋਈ ਵਕਤ ਤੇ ਹੈ। ਤੂੰ ਦਾਅਵਾ ਕਰ ਸਕਦਾ ਵੀ ਮੈਂ ਇੰਨਾ ਚਿਰ ਜੀਵਤ ਰਹਾਂਗਾ? ਤੂੰ ਆਪਣੀ ਹੋਂਦ ਦਾ ਦਾਅਵਾ ਕਰਦਾ, ਦਮ ਭਰਦਾ? ਨਹੀਂ। ਸਾਹਾਂ ਦਾ ਗੇੜ ਚੱਲੀ ਜਾਏ ਤੇ ਤੂੰ ਭਾਵੇਂ ਸੈਂਚਰੀ ਵੀ ਮਾਰ ਜਾਏ, 100 ਸਾਲ ਵੀ ਪੂਰੇ ਕਰ ਲੈ, ਤੇ ਜੇ ਸਾਹ ਰੁਕ ਜਾਏ ਤੇ 1 ਸੈਕਿੰਡ ਵੀ ਨਹੀਂ ਲੱਗਣਾ, 1 ਸੈਕਿੰਡ ਵੀ ਨਹੀਂ ਲੱਗਣਾ, ਤੇਰਾ ਇਹ ਸਰੀਰ ਜਿਹੜਾ ਹੈ ਬਿਲਕੁਲ ਪ੍ਰਾਣਾ ਤੋਂ ਖਾਲੀ ਹੋ ਜਾਏ। ਇਸ ਲਈ ਕਿ ਹਮ ਆਦਮੀ ਹਾਂ ਇੱਕਦਮੀ ਮੋਹਲਤ, ਮੋਹਤ ਨਾ ਜਾਣ, ਨਾ ਮੋਹਲਤ ਹੈ ਨਾ ਮੋਹਤ ਸਮਾਂ ਹੈ, ਨਾ ਸਮਾਂ ਨਾ ਮੋਹਲਤ ਹੈ, ਨਾ ਮਿਆਦ, ਜਿਹਨੂੰ ਆਪਾਂ ਕਹਿੰਦੇ ਨਾ ਮਿਆਦ ਹੈ ਇਹਦੀ ਇੰਨੀ। ਕੋਈ ਬਿਲਡਿੰਗ ਤਿਆਰ ਕੀਤੀ ਜਾਏ ਨਾ ਤੇ ਇੰਜੀਨੀਅਰ ਕਹਿ ਦਿੰਦਾ ਜੇ ਕੋਈ ਕੁਦਰਤੀ ਆਫਤ ਨਾ ਆਈ ਤੇ ਇੰਨਾ ਚਿਰ ਇਸ ਦੀ ਮੁਰੰਮਤ ਕਰਨ ਦੀ ਵੀ ਲੋੜ ਨਹੀਂ ਤੁਹਾਨੂੰ, 100 ਸਾਲ ਮੈਂ ਦੇਣਾ ਇਹਦੇ, ਕੋਈ ਕਹਿੰਦਾ ਮੈਂ 60 ਸਾਲ ਦੇਣਾ ਇਹਦੇ, 70 ਸਾਲ ਦੇਣਾ। ਆਪਾਂ ਵੇਖਦੇ ਨਾ ਮੁਲਕਾਂ 'ਚ ਬ੍ਰਿਜ ਬਣਦੇ ਨੇ ਤੇ ਕਿਸੇ ਦੀ ਮਿਆਦ 50 ਸਾਲ ਇੰਜੀਨੀਅਰਾਂ ਨੇ ਰੱਖੀ ਹੈ, ਕਿਸੇ ਦੀ 70 ਸਾਲ ਰੱਖੀ ਹੈ, 100 ਸਾਲ ਵੀ ਕੱਢ ਜਾਂਦੇ ਨੇ। ਐਸਾ ਹੀ ਹੈ ਨਾ, ਇੰਨਾ ਚਿਰ ਤਾਂ ਕੁਦਰਤੀ ਆਫਤ ਨਾ ਆਈ ਤੇ ਇਹਦੀ ਮੁਰੰਮਤ ਦੀ ਲੋੜ ਵੀ ਨਹੀਂ, ਇਹਨੂੰ ਕੁਝ ਨਹੀਂ ਹੁੰਦਾ, ਇਹਦਾ ਮਟੀਰੀਅਲ ਇੰਨਾ ਚਿਰ ਕਾਮਯਾਬ ਹੈ, ਕੰਮ ਕਰੇਗਾ। ਕੋਈ ਸਰੀਰ ਬਾਰੇ ਇਹ ਦਾਅਵਾ ਕਰ ਸਕਦਾ ਵੀ ਸਰੀਰ ਨੂੰ ਇੰਨਾ ਚਿਰ ਕੁਝ ਨਹੀਂ ਹੁੰਦਾ? ਕੋਈ ਡਾਕਟਰ ਸਾਡਾ ਸਾਰਾ ਚੈੱਕਅਪ ਕਰਨ ਤੋਂ ਬਾਅਦ ਇਹ ਦਾਅਵਾ ਕਰਦਾ ਵੀ ਤੈਨੂੰ ਕੁਝ ਨਹੀਂ ਹੁੰਦਾ, ਇੰਨੇ ਸਾਲ ਤਾਂ ਤੈਨੂੰ ਕੱਖ ਨਹੀਂ ਹੁੰਦਾ? ਹੋ ਸਕਦਾ ਉਹਦੇ ਕਹਿਣ ਤੋਂ ਜ਼ਿਆਦਾ ਵੀ ਸਮਾਂ ਕੱਢ ਜਾਏ, ਤੇ ਹੋ ਸਕਦਾ 1 ਪਲ ਵੀ ਨਾ ਲੱਗੇ। ਉਹਨੂੰ ਮਹਾਰਾਜ ਨੇ ਕਹਿੰਦਾ ਮਿਆਦ ਹੈ ਨਾ ਵਕਤ ਹੈ, ਬਸ ਚੱਲ ਰਿਹਾ ਹੈ ਕਿਸੇ ਨਾ ਕਿਸੇ ਤਰ੍ਹਾਂ। ਸ਼ੁਕਰਗੁਜ਼ਾਰੀ ਹੈ ਵੀ ਬਸ ਚੱਲ ਰਿਹਾ ਹੈ। ਉਹਨੂੰ ਮਹਾਰਾਜ ਕਹਿੰਦੇ ਬਾਈ ਰੂਪੰਗ ਸਤੰਭਨ ਹੈ, ਹਵਾ ਦੀ ਥੰਮੀ ਤੇ ਖੜਾ ਹੈ ਸਰੀਰ। ਕਿੱਡਾ ਵੀ ਤਕੜਾ ਸਰੀਰ ਹੋਵੇ, ਖੜਾ ਕਾਹਦੇ ਤੇ? ਹਵਾ ਦੀ ਥੰਮੀ ਤੇ, ਸਾਹਾਂ ਦੇ ਮੇਲ ਦੇ ਉੱਤੇ। ਹਜ਼ੂਰ ਕਹਿੰਦੇ ਤੂੰ ਤਿਸ ਤੇ ਖਰੀ ਉਤਾਵਲੀ, ਤੂੰ ਤਾਂ ਉਹਦੇ ਨਾਲੋਂ ਵੀ ਕਾਹਲੀ ਹੈ, ਤੂੰ ਉਹਦੇ ਨਾਲੋਂ ਵੀ ਤੇਰੀ ਮਿਆਦ ਘੱਟ ਹੈ ਮੇਰੀ ਦੇਹੀ, ਤੂੰ ਕਾਹਦਾ ਗਰੂਰ ਕਰਦੀ? ਫਿਰ ਆਖਦੇ ਨੇ ਤੁਝੈ ਸੁਝੰਤਾ ਕਛੂ ਨਾ ਹੈ, ਤੈਨੂੰ ਕੋਈ ਸੁਝਦਾ ਨਹੀਂ ਹੰਕਾਰ ਵਿੱਚ, ਪਹਿਰਾਵਾ ਦੇਖੇ ਉਹ ਬਜਾਏ। ਤੂੰ ਤਾਂ ਇੰਨੇ ਹਲਕੇ ਪੱਧਰ ਦੇ ਹੰਕਾਰ ਵਿੱਚ ਗ੍ਰਸਤ ਹੈ ਵੀ ਆਪਣਾ ਪਹਿਰਾਵਾ ਵੇਖ ਕੇ ਤੈਨੂੰ ਗਰੂਰ ਹੋਣ ਲੱਗ ਪੈਂਦਾ ਵੀ ਮੈਂ ਸੋਹਣਾ ਲੱਗਦਾ, ਮੇਰਾ ਕੀਮਤੀ ਪਹਿਰਾਵਾ। ਮਹਾਰਾਜ ਨੇ ਬਾਣੀ 'ਚ ਇੱਥੋਂ ਤੱਕ ਲਿਖਿਆ ਹੈ ਵਾਊ ਸੰਦੇ ਕੱਪੜੇ ਪਹਿਰੈ ਗਰਬ ਗਵਾਰ, ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੈ ਪਾਰ। ਸਰੀਰ ਸੋਹਣਾ ਹੋਵੇ, ਸਰੀਰ ਤਕੜਾ ਹੋਵੇ, ਤੈਨ ਹਵਾ ਵਰਗੇ ਬਰੀਕ ਕੱਪੜੇ ਪਾ ਕੇ ਬੰਦਾ ਆਪਣਾ ਤਨ ਦੀ ਨੁਮਾਇਸ਼ ਕਰਦਾ ਰਹਿੰਦਾ। ਐਸਾ ਹੀ ਹੈ ਨਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਗਰਭਵਤੀ ਕਾ ਨਾਹੀ ਠਾਉ, ਤੇਰੀ ਗਰਦਨ ਉੱਪਰ ਲਵੈ ਕਾਉ। ਹੰਕਾਰੀ ਦਾ ਕੋਈ ਥਾਂ ਨਹੀਂ ਹੈ, ਹਉਮੈ ਨੂੰ ਕੋਈ ਟਿਕਾਣਾ ਨਹੀਂ, ਹਉਮੈ ਨੂੰ ਸਚਿਆਰੇ ਜੀਵਨ ਵਿੱਚ ਕੋਈ ਥਾਂ ਨਹੀਂ। ਯਾਦ ਰੱਖ ਤੇਰੀ ਗਰਦਨ ਉੱਪਰ ਲਵੈ ਕਾਉ। ਜਿਹਨੂੰ ਆਪਾਂ ਕਹਿ ਲੈਣਾ ਵੀ ਤੂੰ ਮੇਰੇ ਮੋਢੇ ਚੜ੍ਹਨਾ ਬੰਦ ਕਰ, ਜਾਂ ਮੇਰੇ ਸਿਰ ਤੇ ਬਹਿਣਾ ਬੰਦ ਕਰ, ਜਾਂ ਮੇਰੀ ਧੌਣ ਨੂੰ ਹੱਥ ਪਾਉਣਾ ਬੰਦ ਕਰ। ਇਹਦਾ ਭਾਵ ਹੁੰਦਾ ਵੀ ਕੰਟਰੋਲ 'ਚ ਕਰਨਾ ਕਿਸੇ ਨੂੰ। ਤੇਰੀ ਗਰਦਨ ਉੱਪਰ ਲਵੈ ਕਾਂ, ਤੇਰੀ ਧੌਣ ਉੱਤੇ ਕਾਂ ਬੋਲ ਰਿਹਾ ਹੰਕਾਰ ਦਾ ਚੜ੍ਹ ਕੇ, ਯਾਨੀ ਕਿ ਤੇਰੀ ਆਵਾਜ਼ ਨਾਲੋਂ ਤੇਰੀ ਹਉਮੈ ਦੀ ਆਵਾਜ਼ ਜ਼ਿਆਦਾ ਉੱਚੀ ਹੈ। ਜਿਵੇਂ ਉਹ ਆਉਂਦੇ ਸਨ ਮਦਾਰੀ, ਉਹਨਾਂ ਨੇ ਆਪਣੇ ਮੋਢੇ ਦੇ ਉੱਤੇ ਤੋਤੇ ਬਿਠਾਏ ਹੁੰਦੇ ਸਨ, ਉਹ ਬੋਲਦੇ ਸਨ, ਤੇ ਕਿਸੇ ਨੇ ਕਾਂ ਬਿਠਾਇਆ ਹੋਵੇ ਕਿੱਡਾ ਭੈੜਾ ਲੱਗੇਗਾ ਉਹ ਬੰਦਾ। ਤੇ ਕਾਂ ਦੀ ਆਵਾਜ਼ ਕੋਈ ਸੁਣਨਾ ਪਸੰਦ ਨਹੀਂ ਕਰਦਾ, ਉਹਦੀ ਖਰਵੀ ਆਵਾਜ਼ ਹੈ।
ਆਖਦੇ ਨੇ ਤੇਰੀ ਗਰਦਨ ਉੱਪਰ ਲਵੈ ਕਾਂ, ਤੇਰੀ ਗਰਦਨ ਉੱਤੇ ਕਾਂ ਲਵਦਾ ਹੈ, ਬੋਲਦਾ ਹੈ। ਭਾਵ ਖਰਵੇ ਹੰਕਾਰੇ ਕਸੈਲੇ ਬੋਲ ਸਦਾ ਹੀ ਤੇਰੀ ਔਕਾਤ ਤੋਂ ਉੱਚੇ ਹੋ ਕੇ ਲੋਕਾਂ ਨੂੰ ਸੁਣਾਈ ਦਿੰਦੇ ਨੇ। ਫਿਰ ਆਖਦੇ ਨੇ ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੈ ਪਰਦੇਸ। ਕੁਰੰਕ ਕਹਿੰਦੇ ਹਨ ਹਿਰਨ ਨੂੰ। ਜਿਵੇਂ ਹਿਰਨ ਨੂੰ ਭੇਦ ਨਹੀਂ, ਇਹ ਭੇਦ ਮਾਲੂਮ ਨਹੀਂ, ਇਹ ਰਾਜ਼ ਮਾਲੂਮ ਨਹੀਂ, ਪਤਾ ਨਹੀਂ। ਤਨ ਸੁਗੰਧ, ਉਹਦੀ ਨਾਭੀ ਵਿੱਚੋਂ ਇੱਕ ਸਮੈਲ ਆਉਂਦੀ ਹੈ ਉਸ ਨੂੰ, ਅਤੇ ਉਹਨੂੰ ਉਹ ਬਾਹਰ ਲੱਭਦਾ। ਕਸਤੂਰੀ ਉਹਨੂੰ ਕਹਿੰਦੇ, ਪਰ ਉਹ ਉਹਨੂੰ ਬਾਹਰ ਲੱਭਦਾ ਵੀ ਬਾਹਰੋਂ ਕਿਤੋਂ ਆ ਰਹੀ, ਉਹ ਲੱਭ ਹੈ ਉਹਦੇ ਸਰੀਰ 'ਚੋਂ ਆ ਰਹੀ, ਲੱਭ ਬਾਹਰ ਰਿਹਾ। ਅਪ ਤਨ ਕਾ ਜੋ ਕਰੇ ਵਿਚਾਰ, ਇਹ ਉਹ ਹਾਲਤ ਤੇਰੀ ਹੈ। ਸਹਿਜ ਸੁੱਖ ਟਿਕਾਓ ਤੇਰੇ ਅੰਦਰ ਹੈ, ਅਤੇ ਤੂੰ ਉਹਨੂੰ ਹਉਮੈ 'ਚੋਂ ਲੱਭਦਾ, ਤੂੰ ਉਹਨੂੰ ਵਿਖਾਵੇ 'ਚੋਂ ਲੱਭਦਾ, ਤੂੰ ਉਹਨੂੰ ਗਰੂਰ 'ਚੋਂ ਲੱਭਦਾ। ਇਹ ਭਰਮ ਹੈ ਤੇਰੀ ਜ਼ਿੰਦਗੀ। ਹੰਕਾਰ ਵਿੱਚੋਂ ਵੀ ਕਦੇ ਕਿਸੇ ਨੇ ਆਨੰਦ ਪਾਇਆ, ਕਦੇ ਸਕੂਨ ਪਾਇਆ, ਕਦੇ ਧੀਰਜ ਪਾਈ ਹੈ, ਕਦੇ ਟਿਕਾਊ ਪਾਇਆ। ਇੱਕ ਹੰਕਾਰੀ ਨੂੰ ਦੂਜੇ ਹੰਕਾਰੀ ਤੋਂ ਸਦਾ ਹੀ ਖਤਰਾ ਰਹਿੰਦਾ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਉਹਨਾਂ ਦੇ ਗਲਣ ਲਈ ਹੰਕਾਰ ਦਾ ਢੇਰ ਹੀ ਕਾਫੀ। ਆਪ ਤਨ ਕਾ ਜੋ ਕਰ, ਜਿਹੜਾ ਆਪਣੇ ਤਨ ਦਾ ਵਿਚਾਰ ਕਰਦਾ। ਇੱਕ ਤਾਂ ਇਹ ਵੀ ਸਰੀਰ ਨਾਸ਼ਵੰਤ ਹੈ, ਦੂਜਾ ਜੋ ਆਪਣੇ ਜੀਵਨ ਦੀ ਵਿਚਾਰ, ਆਪਣੇ ਆਪ ਨੂੰ ਖੋਜਦਾ, ਭਾਲਦਾ, ਪੜਤਾਲਦਾ ਹੈ। ਤਿਸ ਨਹੀਂ ਜਮ ਕੰਕਰ ਕਰੇ ਖੁਆਰ, ਜਮਾ ਦੇ ਕੰਕਰ, ਜਮਾ ਦੇ ਦਾਸ, ਮੌਤ ਦੇ ਦਾਸ। ਆਤਮਕ ਮੌਤ ਦੇ ਦਾਸ ਕੀ ਹਨ? ਵਿਸ਼ੇ ਵਿਕਾਰ। ਉਸ ਨੂੰ ਵਿਸ਼ੇ ਵਿਕਾਰ ਤੰਗ ਨਹੀਂ ਕਰਦੇ, ਦੁਖੀ ਨਹੀਂ ਕਰਦੇ। ਫਿਰ ਫਰਮਾਉਂਦੇ ਹਨ ਪੁੱਤਰ ਕਲਤਰ ਕਾ ਕਰਹਿ ਅਹੰਕਾਰ, ਠਾਕੁਰ ਲੇਖਾ ਮੰਗਨਹਾਰ। ਤੂੰ ਭਾਵੇਂ ਪੁੱਤਰਾਂ ਦਾ, ਧੀਆਂ ਪੁੱਤਰਾਂ ਦਾ, ਔਲਾਦ ਦਾ ਗਰੂਰ ਕਰ, ਭਾਵੇਂ ਇਸਤਰੀ ਪਰਿਵਾਰ ਦਾ ਗਰੂਰ ਕਰ, ਯਾਦ ਰੱਖ ਸਿਰਜਣਹਾਰ ਲੇਖਾ ਮੰਗ ਰਿਹਾ ਹੈ ਤੇਰੇ ਕੋਲ, ਤੂੰ ਉਹਦੇ ਤੋਂ ਗੁੱਝਾ ਕੋਈ ਨਹੀਂ। ਜੇ ਆਪਾਂ ਕਹਿੰਦੇ ਸਾਨੂੰ ਕਿਸੇ ਕੋਈ ਜ਼ਿੰਮੇਵਾਰੀ ਦਿੱਤੀ ਹੋਵੇ, ਅਤੇ ਉਹ ਜ਼ਿੰਮੇਵਾਰ ਦੇਣ ਵਾਲਾ ਬੰਦਾ ਜਿਹੜਾ ਹੈ ਉਹ ਸਾਡਾ ਹਿਸਾਬ ਕਿਤਾਬ ਵੀ ਰੱਖੇ, ਅਤੇ ਜਦੋਂ ਅਸੀਂ ਉਹਦੇ ਸਾਹਮਣੇ ਲਿਜਾ ਕੇ ਸਾਰਾ ਕੁਝ ਰੱਖੀਏ, ਉਹ ਪੁੱਛੇ ਵੀ ਆਹ ਕਿੱਥੇ ਗਿਆ ਅਤੇ ਇਹਦਾ ਕੀ ਹੋਇਆ। ਕੀ ਅਸੀਂ ਆਪਣੇ ਸਿਰਜਣਹਾਰ ਪਰਮੇਸ਼ਰ ਤੋਂ ਬਾਹਰ ਹੋ ਸਕਦੇ ਹਾਂ? ਵੀ ਅਸੀਂ ਹੰਕਾਰ ਕਰੀਏ ਅਤੇ ਮਨ ਨੂੰ, ਆਤਮਾ ਨੂੰ ਤਕਲੀਫ ਨਾ ਪਹੁੰਚੇ। ਅਸੀਂ ਈਰਖਾ ਕਰੀਏ ਅਤੇ ਉਸ ਈਰਖਾ ਦੀ ਅੱਗ ਦੇ ਵਿੱਚ ਆਪ ਸੜਨ ਤੋਂ ਬਚ ਹੀ ਜਾਈਏ, ਇਹ ਹੋ ਸਕਦਾ? ਨਹੀਂ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਏ ਕਿਸੇ ਦਾ ਥਾਏ। ਤੋ ਫਰਮਾਉਂਦੇ ਹਨ ਫੇੜੇ ਕਾ ਦੁੱਖ ਸਹਿ ਜੀਓ। ਫੇੜੇ ਦਾ ਮਤਲਬ ਹੁੰਦਾ ਹੈ ਪੁੱਠੇ ਕਰਮ, ਮਾੜੇ ਕਰਮ, ਬੁਰੇ ਕੰਮ। ਬੁਰੇ ਕੰਮਾਂ ਦਾ ਦੁੱਖ ਸਾਡੀ ਜਿੰਦ ਆਪ ਹੀ ਪਹਿਲਾਂ ਸਹਿੰਦੀ ਹੈ। ਪਾਛੈ ਕਿਸੇ ਪੁਕਾਰੇ ਪੀਓ ਪੀਓ। ਹੇ ਮੇਰੀ ਜਿੰਦ, ਹੇ ਮੇਰੇ ਸਰੀਰ, ਤੂੰ ਇੰਨਾ ਗਰੂਰ ਤੇ ਗੁਮਾਨ ਕਰਦਾ ਹੈ, ਜਦੋਂ ਇਸ ਸਰੀਰ ਚੋਂ ਪ੍ਰਾਣ ਨਿਆਰੇ ਹੋ ਜਾਣ ਫਿਰ ਪਿਆਰਾ ਕਿਹਨੂੰ ਕਹੇਗਾ? ਪਾਵੇ ਸਾਥ ਨਿਭਣ ਵਾਲਾ ਨਹੀਂ। ਸਾਧੂ ਕੀ ਜੋ ਲੈ ਓਟ, ਜੇ ਤੂੰ ਗੁਰੂ ਦਾ ਆਧਾਰ ਆਸਰਾ ਤੱਕੇ, ਤੇਰੇ ਮਿਟੈ ਪਾਪ ਸਭ ਕੋਟ ਕੋਟ। ਕਰੋੜਾਂ ਕਰੋੜਾਂ ਤੇਰੇ ਪਾਪਾਂ ਦਾ ਮੂਲ ਖਤਮ ਹੋ ਜਾਏ, ਪਾਪ ਬਿਰਤੀ ਹੀ ਮੁੱਕ ਜਾਏ, ਕਰੋੜਾਂ ਪਾਪਾਂ ਦੀ ਜਨਮਦਾਤੀ ਬਿਰਤੀ ਮੁੱਕ ਜਾਏ। ਕਹਿ ਰਵਿਦਾਸ ਜੋ ਜਪੈ ਨਾਮ, ਹੇ ਰਵਿਦਾਸ ਆਖ ਜੋ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਦੇ ਨੇ, ਸੁਰਤ ਮਾਲਕ ਦੇ ਗੁਣਾਂ ਨਾਲ, ਉਹਦੀ ਹੋਂਦ ਦੇ ਅਹਿਸਾਸ ਨਾਲ, ਉਹਦੇ ਹੁਕਮ ਨਾਲ ਜੋੜਦੇ ਨੇ। ਤਿਸ ਜਾਤ ਨਾ ਜਨਮ ਨਾ ਜੋਨ ਕਾਮ, ਨਾ ਉਹਨਾਂ ਨੂੰ ਜਾਤ ਦਾ ਗਰੂਰ ਰਹਿੰਦਾ ਹੈ, ਨਾ ਜਨਮ ਦੀ ਭਟਕਣਾ ਰਹਿੰਦੀ ਹੈ, ਨਾ ਉਹ ਆਤਮਕ ਮਾਨਸਿਕ ਜੂਨਾਂ ਵਿੱਚ ਮੁਬਤਲਾ ਗ੍ਰਸਤ ਹੁੰਦੇ ਹਨ, ਅਤੇ ਨਾ ਹੀ ਉਹ ਕਾਮਨਾਵਾਂ ਦੇ ਵੇਗ ਵਿੱਚ ਵਹਿ ਕੇ, ਵਾਸ਼ਨਾਵਾਂ ਦੇ ਸ਼ਿਕਾਰ ਹੋ ਕੇ ਤ੍ਰਿਸ਼ਨਾਲੂ ਬਿਰਤੀ ਵਿੱਚ ਉਲਝਦੇ ਹਨ। ਸਾਹਿਬ ਮਿਹਰ ਕਰ, ਸ਼ਬਦ ਦਾ ਉਪਦੇਸ਼ ਸਾਡੇ ਮਨਾਂ ਵਿੱਚ ਵਸੇ। ਸਤਿਗੁਰੂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।